ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਜਿਹੜੀ ਕਲਾਸ ਹੈ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ, 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਹੈ। ਇਹਦੇ ਵਿੱਚ ਅਸੀਂ 9th ਕਲਾਸ ਦਾ ਗਣਿਤ ਦਾ ਜਿਹੜਾ ਆਖਰੀ ਅਧਿਆਇ ਹੈ ਸਾਡੇ ਕੋਲ ਸੰਭਾਵਨਾ ਪ੍ਰੋਬੇਬਿਲਿਟੀ, ਉਹ ਅਸੀਂ ਡਿਸਕਸ ਕਰਾਂਗੇ। ਪ੍ਰੋਬੇਬਿਲਿਟੀ ਦਾ ਥੋੜਾ ਜਿਹਾ ਕਨਸੈਪਟ ਅਸੀਂ ਡਿਸਕਸ ਕਰਾਂਗੇ, ਫਿਰ ਪ੍ਰੋਬੇਬਿਲਿਟੀ ਦੇ ਉੱਤੇ ਬੇਸ ਜਿਹੜੇ ਸਾਡੇ ਕੋਲ ਕੁਐਸਚਨ ਨੇ ਉਹ ਵੀ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਠੀਕ ਹੈ, ਮੈਨੂੰ ਪੂਰੀ ਉਮੀਦ ਹੈ ਤੁਸੀਂ ਨੋਟਬੁੱਕ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਿਆ ਹੋਏਗਾ ਤਾਂ ਕਿ ਹਰ ਇੱਕ ਨੁਕਤਾ, ਹਰ ਇੱਕ ਚੀਜ਼ ਜੋ ਤੁਹਾਨੂੰ ਦੱਸੀ ਜਾਏ ਉਹ ਤੁਸੀਂ ਨੋਟ ਵੀ ਕਰੋ ਤਾਂ ਕਿ ਤੁਹਾਡੇ ਕੋਲ ਪੂਰੇ ਸਾਲ ਦੇ ਵਿੱਚ ਆਉਣ ਵੇਲੇ ਉਹ ਕੰਮ ਆਏ। ਪ੍ਰੋਬੇਬਿਲਿਟੀ ਬਹੁਤ ਇੰਪੋਰਟੈਂਟ ਜਿਹੜਾ ਚੈਪਟਰ ਹੈ, ਸੰਭਾਵਨਾ ਜਿਹੜਾ ਸਾਡੇ ਕੋਲ ਹੈ, ਕਿਉਂਕਿ ਸੰਭਾਵਨਾ ਅਧਿਆਇ ਜਿਹੜਾ ਹੈ ਇਹ ਤੁਸੀਂ 9th ਕਲਾਸ ਦੇ ਵਿੱਚ ਕਰੋਗੇ, ਫਿਰ 10ਵੀਂ ਕਲਾਸ ਦੇ ਵਿੱਚ ਵੀ ਤੁਹਾਨੂੰ ਸੰਭਾਵਨਾ ਜਿਹੜਾ ਉਹ ਲੈਸਨ ਆਏਗਾ। ਇਸੇ ਤਰ੍ਹਾਂ +1 +2 ਦੇ ਵਿੱਚ ਵੀ ਸਾਡੇ ਕੋਲ ਜਿਹੜਾ ਸੰਭਾਵਨਾ ਲੈਸਨ ਉਹ ਸਾਡੇ ਕੋਲ ਪ੍ਰੋਬੇਬਿਲਿਟੀ ਚੱਲਦਾ ਰਹਿੰਦਾ ਹੈ। ਤੋਂ ਬਹੁਤ ਇੰਪੋਰਟੈਂਟ ਹੈ, ਅਗਰ ਕਿਸੇ ਨੇ ਬਾਅਦ ਵਿੱਚ ਹਾਇਰ ਕਲਾਸਿਸ ਦੇ ਵਿੱਚ ਮੈਥਮੈਟਿਕਸ ਲੈਣਾ ਹੈ ਉਹਨਾਂ ਦੇ ਲਈ ਵੀ ਚੈਪਟਰ ਜਿਹੜਾ ਹੈ ਉਹ ਬਹੁਤ ਮਹੱਤਵਪੂਰਨ ਹੈ। ਠੀਕ ਹੈ ਵਿਦਿਆਰਥੀਓ, ਬਹੁਤ ਸੌਖਾ ਹੈ, ਇਹਦੇ ਵਿੱਚੋਂ ਸਵਾਲ ਜਿਹੜਾ ਜ਼ਰੂਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਆਓ ਅਸੀਂ ਅੱਜ ਦੀ ਕਲਾਸ ਜਿਹੜੀ ਸੰਭਾਵਨਾ ਅਧਿਆਇ ਦੇ ਉੱਤੇ ਬੇਸਡ ਹੈ ਉਹ ਸ਼ੁਰੂ ਕਰਦੇ ਹਾਂ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਸਾਨੂੰ ਆਪਣੇ ਦੈਨਿਕ ਜੀਵਨ ਵਿੱਚ ਇਸ ਤਰ੍ਹਾਂ ਦੇ ਕਥਨ ਆਮ ਸੁਣਨ ਨੂੰ ਮਿਲਦੇ ਰਹਿੰਦੇ ਹਨ। ਕਿਸ ਤਰ੍ਹਾਂ ਦੇ ਕਥਨ? ਜਿਵੇਂ ਆਪਾਂ ਕਈ ਵਾਰ ਗੱਲ ਕਰਦੇ ਹਾਂ, ਸੰਭਵ ਹੈ ਕਿ ਅੱਜ ਵਰਖਾ ਹੋਏਗੀ। ਠੀਕ ਹੈ ਨਾ, ਸੰਭਵ ਹੈ ਕਿ ਅੱਜ ਵਰਖਾ ਹੋਏਗੀ। ਸਾਨੂੰ ਕਿਵੇਂ ਪਤਾ ਲੱਗਦਾ ਹੈ? ਅਸੀਂ ਸਿਚੁਏਸ਼ਨ ਦੇਖਦੇ ਹਾਂ, ਆਲੇ ਦੁਆਲੇ ਮੌਸਮ ਦਾ ਜਿਹੜਾ ਹਾਲ ਦੇਖਦੇ ਹਾਂ, ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਅੱਜ ਜਿਹੜੀ ਵਰਖਾ ਹੋਏਗੀ। ਠੀਕ ਹੈ। ਦੂਸਰਾ ਪੁਆਇੰਟ ਕਿ ਮੈਨੂੰ ਸੰਦੇਹ ਹੈ ਕਿ ਉਹ ਪ੍ਰੀਖਿਆ ਵਿੱਚ ਪਾਸ ਹੋਵੇਗਾ। ਇਹਦੇ 'ਚ ਜਿਹੜਾ ਸੰਦੇਹ ਹੈ ਇਹ ਕੀ ਦੱਸ ਰਿਹਾ ਕਿ ਹੋ ਸਕਦਾ ਹੈ ਉਹ ਪ੍ਰੀਖਿਆ ਦੇ ਵਿੱਚ ਪਾਸ ਹੋਵੇ ਜਾਂ ਪ੍ਰੀਖਿਆ ਦੇ ਵਿੱਚ ਪਾਸ ਨਾ ਹੋਵੇ, ਪਰ ਮੈਨੂੰ ਸ਼ੱਕ ਹੈ ਕਿ ਉਹ ਪ੍ਰੀਖਿਆ ਵਿੱਚ ਪਾਸ ਹੋਵੇਗਾ। ਸੋ ਇਸੇ ਤਰ੍ਹਾਂ ਤੀਸਰਾ ਪੁਆਇੰਟ ਪੜ੍ਹ ਸਕਦੇ ਹੋ ਕਿ ਸਾਲਾਨਾ ਪ੍ਰੀਖਿਆ ਵਿੱਚ ਕਵਿਤਾ ਦੇ ਪਹਿਲੇ ਸਥਾਨ ਤੇ ਆਉਣ ਦੀ ਸੰਭਾਵਨਾ ਸਭ ਤੋਂ ਵੱਧ ਹੈ। ਇਹਦਾ ਮਤਲਬ ਕਵਿਤਾ ਦਾ ਸਾਨੂੰ ਜਿਹੜਾ ਪਿਛਲਾ ਰਿਜ਼ਲਟ ਹੈ ਉਹਦੇ ਬਾਰੇ ਕੁਛ ਨਾ ਕੁਛ ਪਤਾ ਹੈ ਕਿ ਕਵਿਤਾ ਜਿਹੜੀ ਉਹ ਮਿਹਨਤ ਕਰਦੀ ਹੈ, ਉਹਦੇ ਅੰਕ ਜਿਹੜੇ ਉਹ ਚੰਗੇ ਆਉਂਦੇ ਹੈ, ਇਸ ਲਈ ਉਹਦੀ ਸੰਭਾਵਨਾ ਜਿਹੜੀ ਆਪਾਂ ਦੱਸ ਸਕਦੇ ਹਾਂ ਕਿ ਬਾਕੀ ਬੱਚਿਆਂ ਦੇ ਨਾਲੋਂ ਵੱਧ ਹੈ। ਠੀਕ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵਧਣ ਦਾ ਸੰਯੋਗ ਕਾਫੀ ਅਧਿਕ ਹੈ। ਇਹਦੇ 'ਚ ਵਰਡ ਜਿਹੜਾ ਸੰਯੋਗ ਹੈ ਉਹ ਸੰਭਾਵਨਾ ਦੇ ਨਾਲ ਸੰਬੰਧਿਤ ਹੈ। ਪੰਜਵਾਂ ਹੈ ਕਿ ਅੱਜ ਦੇ ਮੈਚ ਵਿੱਚ ਭਾਰਤ ਦੇ ਟਾਸ ਜਿੱਤਣ ਦਾ ਸੰਯੋਗ ਜਿਹੜਾ ਹੈ ਉਹ ਸਾਡੇ ਕੋਲ 50-50 ਹੈ। ਠੀਕ ਹੈ। ਤੋ ਇਸ ਤਰ੍ਹਾਂ ਆਪਾਂ ਬਹੁਤ ਵਾਰ ਗੱਲ ਕਰਦੇ ਹਾਂ ਜਦੋਂ ਅਸੀਂ ਪੋਸੀਬਿਲਿਟੀ ਦੀ ਗੱਲ ਕਰਦੇ ਹਾਂ ਕਿ ਇਹ ਚੀਜ਼ ਅੱਜ ਆ ਹੋਣਾ ਸੰਭਵ ਹੈ ਜਾਂ ਆ ਹੋਣਾ ਸੰਭਵ ਨਹੀਂ ਹੈ। ਇੱਥੇ ਉੱਪਰ ਦੇ ਕਥਨਾਂ ਵਿੱਚ ਸੰਭਵ, ਸੰਦੇਹ, ਸ਼ੰਕਾ, ਸੰਜੋਗ ਆਦਿ ਸ਼ਬਦਾਂ ਵਿੱਚ ਅਨਿਸ਼ਚਿਤਤਾ ਦੀ ਭਾਵਨਾ ਬਣੀ ਰਹਿੰਦੀ ਹੈ। ਠੀਕ ਹੈ ਨਾ। ਹੁਣ ਜਦੋਂ ਅਸੀਂ ਇਹ ਸਾਰੇ ਕਥਨਾਂ ਦੀ ਗੱਲ ਕਰਦੇ ਹਾਂ, ਸੰਭਵ ਹੈ ਕਿ ਅੱਜ ਵਰਖਾ ਹੋਵੇਗੀ। ਸੰਭਵ ਹੈ ਦੇ ਵਿੱਚ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਵਰਖਾ ਹੋਏਗੀ, ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ। ਉਦਾਹਰਨ ਦੇ ਲਈ ਕਥਨ 1 ਵਿੱਚ ਸੰਭਵ ਹੈ ਕਿ ਵਰਖਾ ਹੋਏਗੀ ਦਾ ਅਰਥ ਹੈ ਕਿ ਵਰਖਾ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ। ਵਰਖਾ ਹੋਣ ਦੀ ਭਵਿੱਖਬਾਣੀ ਅਸੀਂ ਆਪਣੇ ਪਿਛਲੇ ਅਨੁਭਵਾਂ ਤੋਂ ਕਰਦੇ ਹਾਂ, ਜਦੋਂ ਕਿ ਇਸ ਪ੍ਰਕਾਰ ਦੀਆਂ ਪ੍ਰਸਥਿਤੀਆਂ ਵਿੱਚ ਵਰਖਾ ਹੋਈ ਸੀ। ਠੀਕ ਹੈ। ਅਸੀਂ ਆਪਣੇ ਅੰਦਾਜ਼ੇ ਜਿਹੜੇ ਉਹ ਲਗਾਉਂਦੇ ਹਾਂ ਕਿ ਹਾਂ ਅੱਜ ਬੱਦਲ ਹੋ ਗਿਆ, ਇਸ ਤਰ੍ਹਾਂ ਦੇ ਬੱਦਲ ਹੈਗੇ ਨੇ, ਇਸ ਢੰਗ ਦੀ ਹਵਾ ਚੱਲ ਰਹੀ ਹੈ, ਇਸ ਕਰਕੇ ਪਿਛਲੀ ਵਾਰ ਇਵੇਂ ਮੀਂਹ ਪਿਆ ਸੀ ਤੇ ਅੱਜ ਵੀ ਜਿਹੜੇ ਮੀਂਹ ਪੈਣ ਦੇ ਸਾਡੇ ਕੋਲ ਚਾਂਸ ਉਹ ਬਣੇ ਹੋਏ ਨੇ। ਠੀਕ ਹੈ। ਇਸੇ ਤਰ੍ਹਾਂ ਬਾਕੀ ਵੀ ਸਾਰੇ ਜਿਹੜੇ ਸਾਡੇ ਕੋਲ ਇਹ ਕਥਨ ਨੇ, ਇਹਨਾਂ ਦੇ ਵਿੱਚ ਇੱਕ ਆਪਾਂ ਪੱਕਾ ਨਹੀਂ ਹੈ ਵੀ ਇਹ ਕੰਮ ਹੋਏਗਾ ਜਾਂ ਨਹੀਂ ਹੋਏਗਾ, ਪਰ ਆਪਾਂ ਉਹਦੀ ਸੰਭਾਵਨਾ ਜਿਹੜੀ ਹੈ ਉਹ ਥੋੜ੍ਹੀ ਜਿਹੀ ਦੱਸੀ ਹੈ। ਉਹਦੇ ਵਿੱਚ ਵੀ ਇੱਕ ਆਪਣੇ ਢੰਗ ਦੀ ਨਿਸ਼ਚਿਤਤਾ ਹੈ ਕਿ ਕੰਮ ਹੋਏਗਾ ਜਾਂ ਨਹੀਂ ਹੋਏਗਾ, ਡੀਜ਼ਲ ਦੀਆਂ ਕੀਮਤਾਂ ਵਧਣਗੀਆਂ ਜਾਂ ਨਹੀਂ ਵਧਣਗੀਆਂ, ਭਾਰਤ ਨੇ ਮੈਚ ਦਾ ਜਿਹੜਾ ਟਾਸ ਉਹ ਜਿੱਤੇਗਾ ਜਾਂ ਨਹੀਂ ਜਿੱਤੇਗਾ। ਆਪਾਂ ਸਿਰਫ ਚਾਂਸ ਦੱਸਦੇ ਹਾਂ ਵੀ ਕਿੰਨੇ ਕਿੰਨੇ ਹੈਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਥਿਤੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੀ ਅਨਿਸ਼ਚਿਤਤਾ ਬਣੀ ਹੁੰਦੀ ਹੈ ਕਿਸੇ ਵੀ ਘਟਨਾ ਨੂੰ ਲੈ ਕੇ, ਉਹਨੂੰ ਜਦੋਂ ਅਸੀਂ ਸੰਖਿਆਤਮਕ ਰੂਪ ਦਿੰਦੇ ਹਾਂ ਤਾਂ ਉਹ ਸਾਡੇ ਕੋਲ ਜਿਹੜਾ ਸੰਭਾਵਨਾ ਪ੍ਰੋਬੇਬਿਲਿਟੀ ਜਿਹੜਾ ਟੌਪਿਕ ਹੈ ਸਾਡੇ ਕੋਲ ਮੈਥਮੈਟਿਕਸ ਦਾ, ਉਹ ਸਾਡੀ ਹੈਲਪ ਕਰਦਾ ਹੈ। ਠੀਕ ਹੈ। ਅਨੇਕ ਸਥਿਤੀਆਂ ਵਿੱਚ ਸੰਭਾਵਨਾ ਪ੍ਰੋਬੇਬਿਲਿਟੀ ਦੀ ਸਹਾਇਤਾ ਨਾਲ ਸੰਭਵ ਹੈ ਆਦਿ ਜਿਹੀ ਅਨਿਸ਼ਚਿਤਤਾ ਦਾ ਸੰਖਿਆਤਮਕ ਰੂਪ ਮਾਪਿਆ ਜਾ ਸਕਦਾ ਹੈ। ਠੀਕ ਹੈ। ਤੋ ਸੰਭਾਵਨਾ ਦੇ ਵਿੱਚ ਅਸੀਂ ਕੁਝ ਚੀਜ਼ਾਂ, ਪ੍ਰੋਬੇਬਿਲਿਟੀ ਜਿਹੜਾ ਅਧਿਆਇ ਹੈ ਸਾਡੇ ਕੋਲ, ਸੰਭਾਵਨਾ ਜਿਹੜਾ ਅਧਿਆਇ ਹੈ ਇਹਦੇ ਵਿੱਚ ਆਪਾਂ ਕੁਝ ਤਰੀਕੇ ਜਿਹੜੇ ਇਹੋ ਜਿਹੇ ਪੜਾਂਗੇ ਜਿਹਦੇ ਨਾਲ ਆਪਾਂ ਕਿਸੇ ਵੀ ਘਟਨਾ ਦੇ ਹੋਣ ਦੀ ਜਾਂ ਘਟਨਾ ਦੇ ਨਾ ਹੋਣ ਦੀ ਜੋ ਸੰਭਾਵਨਾ ਹੈ, ਜੋ ਅਨਿਸ਼ਚਿਤਤਾ ਹੈ, ਉਹਨੂੰ ਅਸੀਂ ਸੰਖਿਆਤਮਕ ਰੂਪ ਦੇ ਵਿੱਚ ਉਹਨੂੰ ਦਰਸਾਉਣ ਦਾ ਯਤਨ ਕਰਾਂਗੇ। ਇਸ ਨੂੰ ਸਮਝਣ ਦੇ ਲਈ ਆਓ ਅਸੀਂ ਇੱਕ ਸਵਾਲ ਜਿਹੜਾ ਉਹ ਸਭ ਤੋਂ ਪਹਿਲਾਂ ਦੇਖਦੇ ਹਾਂ।
हाँ जी विद्यार्थियों, ਸਕਰੀਨ ਦੇ ਉੱਤੇ ਤੁਸੀਂ ਇੱਕ ਸਵਾਲ ਦੇਖ ਰਹੇ ਹੋ ਕਿ ਇੱਕ ਸਿੱਕੇ ਨੂੰ 1000 ਵਾਰ ਉਛਾਲਣ ਤੇ ਹੇਠ ਲਿਖੀਆਂ ਬਾਰੰਬਾਰਤਾ ਹੁੰਦੀਆਂ ਹਨ। ਠੀਕ ਹੈ, ਸਿੱਕੇ ਦੇ ਵਿੱਚ ਸਾਨੂੰ ਪਤਾ ਹੈ ਕਿ ਸਿੱਕੇ ਦੇ ਇੱਕ ਪਾਸੇ ਜਿਹੜਾ ਸਾਡੇ ਕੋਲ ਹੈਡ ਹੁੰਦਾ ਹੈ, ਠੀਕ ਹੈ, ਔਰ ਦੂਜੇ ਪਾਸੇ ਸਾਡੇ ਕੋਲ ਟੇਲ ਹੁੰਦਾ ਹੈ। ਜਿਹੜਾ ਹੈਡ ਹੈ ਉਹਨੂੰ ਅਸੀਂ ਬੋਲਦੇ ਹਾਂ ਚਿੱਤ, ਠੀਕ ਹੈ, ਔਰ ਜੋ ਸਾਡੇ ਕੋਲ ਟੇਲ ਹੁੰਦਾ ਹੈ ਉਹਨੂੰ ਅਸੀਂ ਬੋਲਦੇ ਹਾਂ ਪੱਟ। ਠੀਕ ਹੈ ਜੀ। ਤੋ 1000 ਵਾਰ ਜਦੋਂ ਸਿੱਕੇ ਨੂੰ ਉਛਾਲਿਆ ਗਿਆ, ਫਿਰ ਜਿਹੜੇ ਉਹਦੇ ਨਤੀਜੇ ਆ ਰਹੇ ਸੀ ਉਹ ਨਾਲ-ਨਾਲ ਨੋਟ ਕੀਤੇ ਗਏ ਤਾਂ ਕੀ ਚੈੱਕ ਕੀਤਾ ਗਿਆ ਕਿ 455 ਵਾਰ ਜਿਹੜਾ ਹੈ ਉਹ ਸਾਨੂੰ ਚਿੱਤ ਪ੍ਰਾਪਤ ਹੋਇਆ, ਭਾਵ ਹੈਡ ਪ੍ਰਾਪਤ ਹੋਇਆ, ਤੇ 545 ਵਾਰ ਸਿੱਕੇ ਦੇ ਉੱਤੇ ਸਾਨੂੰ ਪੱਟ ਭਾਵ ਕਿ ਟੇਲ ਪ੍ਰਾਪਤ ਹੋਇਆ। ਠੀਕ ਹੈ ਨਾ, ਟੋਟਲ 1000 ਵਾਰ ਸਿੱਕੇ ਨੂੰ ਉਛਾਲਿਆ ਗਿਆ ਸੀ, ਹੈਡ ਜਾਂ ਟੇਲ ਸਾਨੂੰ ਜਿਹੜਾ ਰਿਜ਼ਲਟ ਉਹ ਮਿਲਣਾ ਸੀ, ਉਹਦੇ ਵਿੱਚੋਂ 455 ਵਾਰ ਚਿੱਤ ਤੇ 545 ਵਾਰ ਪੱਟ ਜਿਹੜਾ ਸਾਨੂੰ ਉਹ ਮਿਲਿਆ ਹੈ। ਹਰੇਕ ਘਟਨਾ ਦੀ ਸੰਭਾਵਨਾ ਦੀ ਗਣਨਾ ਕਰੋ। ਹੁਣ ਇਹਦੇ ਵਿੱਚ ਅਸੀਂ ਚਿੱਤ ਆਉਣ ਦੀ ਜਿਹੜੀ ਸੰਭਾਵਨਾ ਹੈ ਉਹ ਕੀ ਹੈ ਉਹ ਅਸੀਂ ਮਾਪਣੀ ਹੈ, ਤੇ ਪੱਟ ਆਉਣ ਦੀ ਜਿਹੜੀ ਸੰਭਾਵਨਾ ਹੈ ਉਹਦਾ ਮਾਪ ਅਸੀਂ ਸੰਖਿਆਤਮਕ ਰੂਪ ਦੇ ਵਿੱਚ ਲਿਖਣਾ ਹੈ। ਠੀਕ ਹੈ, ਤੋ ਇਸ ਹੁਣ ਸਾਡੇ ਕੋਲ ਸਿਚੁਏਸ਼ਨ ਹੈ ਉਹ ਸਾਨੂੰ ਪੂਰੀ ਤਰ੍ਹਾਂ ਦਿੱਤੀ ਗਈ ਹੈ। ਠੀਕ ਹੈ, ਸਾਨੂੰ ਕੁੱਲ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਉਹਨਾਂ ਦੀ ਗਿਣਤੀ ਪਤਾ ਹੈ। ਇਹ ਸਾਡੇ ਕੋਲ ਜਿਹੜਾ 1000 ਹੈ ਕੁੱਲ ਕੋਸ਼ਿਸ਼ਾਂ ਨੇ, ਉਹਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕਿੰਨੀ ਵਾਰ ਸਾਡੇ ਕੋਲ ਜਿਹੜਾ ਚਿੱਤ ਆਇਆ ਉਹ ਵੀ ਸਾਨੂੰ ਦਿੱਤਾ ਹੋਇਆ, ਉਸ ਕੋਸ਼ਿਸ਼ਾਂ ਦੇ ਵਿੱਚ ਕਿੰਨੀ ਵਾਰ ਸਾਡੇ ਕੋਲ ਜਿਹੜਾ ਪੱਟ ਪ੍ਰਾਪਤ ਹੋਇਆ, ਭਾਵ ਟੇਲ ਪ੍ਰਾਪਤ ਹੋਇਆ, ਉਹ ਵੀ ਗਿਣਤੀ ਸਾਨੂੰ ਦਿੱਤੀ ਗਈ ਹੈ। ਠੀਕ ਹੈ, ਸੋ ਇਹਦੇ ਵਿੱਚ ਅਸੀਂ ਕਿਵੇਂ ਪਤਾ ਕਰਦੇ ਹਾਂ ਸੰਭਾਵਨਾ, ਉਹਦੇ ਬਾਰੇ ਆਪਾਂ ਪਹਿਲਾਂ ਇੱਕ ਛੋਟਾ ਜਿਹਾ ਫਾਰਮੂਲਾ ਜਿਹੜਾ ਦੇਖਾਂਗੇ, ਫਿਰ ਅਸੀਂ ਉਹਨੂੰ ਇਸ ਕੁਐਸਚਨ ਦੇ ਵਿੱਚ ਉਸ ਦੀ ਆਪਾਂ ਵਰਤੋਂ ਕਰਾਂਗੇ। ਠੀਕ ਹੈ, तो अगर साडे कोल कोई भी घटना है जिहदा नाम असी ई रख लेंदे हां, घटना ई, ठीक है, मन लो घटना ई जिहड़ी है वो की है कि सानू जिहड़ा चित्त प्राप्त हुंदा है, चित्त प्राप्त हुंदा है। ठीक है, तो असी जदों लिखांगे प्रोबेबिलिटी ऑफ ई दी संभावना मतलब चित्त आउण दी संभावना, इहनूं असी किवें लिख सकदे हां वो आपां पहलां सब तो देखांगे। चित्त प्राप्त होने की संभावना, ठीक है, और इनू असी PE दे नाल लिखते हैं। ठीक है, PE का भाव है प्रोबेबिलिटी ऑफ E, और E नू असी पहला जड़ा वो दर्शा चुके हैं कि E की है, E वो घटना है जिहदे च सानू चित्त प्राप्त हुंदा है। सो असी हर बार चित्त प्राप्त होने की संभावना नहीं लिखांगे, इहदी जगह ते असी घटना का नाम जड़ा वो E रख दिंदे हां ਤੇ ਫਿਰ ਆਪਾਂ ਐਵੇਂ P ਬ੍ਰੈਕਟ ਦੇ ਵਿੱਚ E ਲਿਖ ਦਿੰਦੇ ਹਾਂ। ਠੀਕ ਹੈ, तो P ਬ੍ਰੈਕਟ ਦੇ ਵਿੱਚ E ਪ੍ਰੋਬੇਬਿਲਿਟੀ ਆਫ E ਮਤਲਬ E ਘਟਨਾ ਹੋਣ ਦੀ ਜਿਹੜੀ ਸੰਭਾਵਨਾ ਹੈ, ਇਹਦਾ ਸਾਡੇ ਕੋਲ ਜਿਹੜਾ ਸੂਤਰ ਹੁੰਦਾ ਜਿਹੜਾ ਅਸੀਂ ਅੱਗੇ ਸਵਾਲਾਂ ਦੇ ਵਿੱਚ ਵਰਤਣਾ ਹੈ, ਉਹ ਸਾਡੇ ਕੋਲ ਹੈ ਕਿ ਕੋਸ਼ਿਸ਼ਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ। ਕੋਸ਼ਿਸ਼ਾਂ ਦੀ ਸੰਖਿਆ ਜਿਸ ਵਿੱਚ घटना घटी है बटा ये सारे नूं असीं भाग करांगे कोशिशां दी कुल संख्या दे। ਕੋਸ਼ਿਸ਼ਾਂ ਦੀ ਕੁੱਲ ਸੰਖਿਆ। ਹੁਣ ਇਹਦਾ ਕੀ ਮਤਲਬ ਹੈ, ਜਿਵੇਂ ਸਾਡੇ ਕੋਲ ਉੱਪਰ ਸਵਾਲ ਦੇ ਵਿੱਚ ਕਿਹਾ ਗਿਆ ਹੈ ਕਿ 1000 ਵਾਰ ਸਿੱਕੇ ਨੂੰ 1000 ਵਾਰ ਉਛਾਲਿਆ ਗਿਆ ਹੈ। ਠੀਕ ਹੈ, तो 1000 ਵਾਰ ਉਛਾਲਣ ਦਾ ਮਤਲਬ ਕਿ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕਿੰਨੀ ਵਾਰ ਕੀਤੀਆਂ ਗਈਆਂ ਨੇ, ਉਹ ਸਾਡੇ ਕੋਲ ਕੋਸ਼ਿਸ਼ਾਂ ਦੀ ਸੰਖਿਆ ਹੈ, ਭਾਵ ਕਿ ਕੋਸ਼ਿਸ਼ਾਂ ਦੀ ਸੰਖਿਆ ਸਾਡੇ ਕੋਲ ਇਸ ਸਵਾਲ ਦੇ ਵਿੱਚ 1000 ਹੈ। ਠੀਕ ਹੈ, ਉਸ ਤੋਂ ਬਾਅਦ ਕੋਸ਼ਿਸ਼ਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ। ਅਗਰ ਆਪਾਂ ਚਿੱਤ ਆਉਣ ਦੀ ਗੱਲ ਕਰਦੇ ਹਾਂ तो चित्त जिहड़ा है वो साडे कोल सारियां कोशिशां दे विच हर बार तां नहीं आया, सिर्फ 455 वार सानू प्राप्त हुंदा है। ठीक है, इसी तरह 1000 कोशिशां दे विच पट जिहड़ा सानू कितनी बार प्राप्त हुंदा है, पट सानू 545 वार प्राप्त हुंदा है। सो अगर तां असीं चित्त आउण दी जिहड़ी संभावना वो पता करनी है तां आपां की करांगे, वो कोशिशां दी संख्या जिहड़ी है वो असीं देखांगे जिहदे विच साडे कोल चित्त आया होवे। ठीक है, वो साडे कोल 455 है, कुल कोशिशां दी संख्या जिहड़ी 1000 है वो असीं हेठां लिख दांगे। इसी तरह अगर असीं पट आउण दी संभावना पता करनी है तो उहदे वास्ते असीं वो देखांगे वो वालीआं कोशिशां जिन्हां विच साडे कोल पट जो है वो प्राप्त होया होवे,
ਉਹ ਅਸੀਂ ਗਿਣਤੀ ਜਿਹੜੀ 545 ਹੈ ਉਹ ਅਸੀਂ ਉੱਪਰ ਅੰਸ਼ ਦੇ ਵਿੱਚ ਲਿਖਾਂਗੇ ਤੇ ਹਰ ਦੇ ਵਿੱਚ ਅਸੀਂ ਕੁੱਲ ਕੋਸ਼ਿਸ਼ਾਂ ਦੀ ਸੰਖਿਆ ਜਿਹੜੀ ਸਾਡੇ ਕੋਲ 1000 ਹੈ ਉਹ ਲਿਖ ਦਿਆਂਗੇ। ਇਹੀ ਫਾਰਮੂਲਾ ਜਿਹੜਾ ਅਸੀਂ ਇਹ ਸਿਰਫ ਇੱਥੇ ਹੀ ਨਹੀਂ, ਇਹ ਬਹੁਤ ਸਾਰੇ ਅਲੱਗ-ਅਲੱਗ ਜਿਹੜੇ ਸਾਡੇ ਕੋਲ ਪ੍ਰੀਖਣ ਹੈ, ਅਲੱਗ-ਅਲੱਗ ਐਕਸਪੈਰੀਮੈਂਟ ਹੋਣਗੇ, ਉਹਨਾਂ ਸਾਰਿਆਂ ਦੇ ਵਿੱਚ ਅਸੀਂ ਇਹਨੂੰ ਵਰਤ ਸਕਦੇ ਹਾਂ। ਠੀਕ ਹੈ, ਅਲੱਗ-ਅਲੱਗ ਸਵਾਲ ਜਦੋਂ ਅਸੀਂ ਕਰਾਂਗੇ ਉਹਦੇ ਵਿੱਚ ਸਾਨੂੰ ਹੋਰ ਜ਼ਿਆਦਾ ਜਿਹੜਾ ਕਲੀਅਰ ਹੋ ਜਾਏਗਾ। ਫਿਰ ਹਾਲ ਸਮਝਣ ਦੇ ਲਈ ਆਪਾਂ ਇਹ ਚੀਜ਼ ਜਿਹੜੀ ਆ ਉਹ ਯਾਦ ਰੱਖਣੀ ਹੈ। ਫਾਰਮੂਲਾ ਇਹ ਜਿਹੜਾ ਤੁਸੀਂ ਨੋਟ ਕਰ ਲੈਣਾ ਹੈ, ਸੂਤਰ ਇਹ ਨੋਟ ਕਰ ਲੈਣਾ ਹੈ, ਇਹ ਬਹੁਤ ਇੰਪੋਰਟੈਂਟ ਹੈ। ਸਾਰੇ ਸਵਾਲਾਂ ਦੇ ਵਿੱਚ ਆਪਾਂ ਤਕਰੀਬਨ ਇਹੀ ਜਿਹੜਾ ਫਾਰਮੂਲਾ ਯੂਜ਼ ਕਰਨਾ ਹੈ। ਠੀਕ ਹੈ, ਸੋ ਆਪਾਂ ਇਸੇ ਸਵਾਲ ਨੂੰ ਹੁਣ ਹੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਕੋਸ਼ਿਸ਼ਾਂ ਦੀ ਕੁੱਲ ਸੰਖਿਆ, ਮਤਲਬ ਕਿੰਨੀ ਵਾਰ ਸਿੱਕੇ ਨੂੰ ਜਿਹੜਾ ਉਛਾਲਿਆ ਗਿਆ ਹੈ। ਕੋਸ਼ਿਸ਼ਾਂ ਦੀ ਕੁੱਲ ਸੰਖਿਆ, तो ਕੋਸ਼ਿਸ਼ਾਂ ਦੀ ਕੁੱਲ ਸੰਖਿਆ ਸਾਡੇ ਕੋਲ 1000 ਹੈ। ਠੀਕ ਹੈ, ਕੋਸ਼ਿਸ਼ਾਂ ਦੀ ਸੰਖਿਆ ਜਿਨ੍ਹਾਂ ਵਿੱਚ ਸਾਨੂੰ ਚਿੱਤ ਪ੍ਰਾਪਤ ਹੋਇਆ ਹੈ, ਕੋਸ਼ਿਸ਼ਾਂ ਦੀ ਸੰਖਿਆ ਜਿਨ੍ਹਾਂ ਵਿੱਚ ਚਿੱਤ ਪ੍ਰਾਪਤ ਹੋਇਆ ਹੈ, ਇਹ ਸਾਡੇ ਕੋਲ ਹੈਗੇ ਨੇ, ਇਹਨਾਂ ਦੀ ਗਿਣਤੀ 455 ਹੈ। ਠੀਕ ਹੈ, ਔਰ ਇਸ ਤੋਂ ਬਾਅਦ ਕੋਸ਼ਿਸ਼ਾਂ ਦੀ ਸੰਖਿਆ ਜਿਨ੍ਹਾਂ ਵਿੱਚ ਸਾਨੂੰ ਪਟ ਪ੍ਰਾਪਤ ਹੋਇਆ ਹੈ, ਇਹ ਸਾਡੇ ਕੋਲ ਗਿਣਤੀ ਹੈ 545। ਠੀਕ ਹੈ ਵਿਦਿਆਰਥੀਓ, तो इस तो बाद असी जिहड़ा चित आउण दा जो साडे कोल घटना है, चित आउण दी घटना है, उहनूं असी ई रख लवांगे, उहदा नाम असी ई रख लैने और पट आउण दी जो घटना है उहदा नाम असी एफ रख लैने। ठीक है, असी चित आउण दी घटना नूं ई नाल ਅਤੇ ਪਟ ਆਉਣ ਦੀ ਘਟਨਾ ਨੂੰ F ਨਾਲ ਦਰਸਾਵਾਂਗੇ। ਠੀਕ ਹੈ ਜੀ, ਅਸੀਂ ਚਿਤ ਆਉਣ ਦੀ ਘਟਨਾ ਨੂੰ E ਨਾਲ ਤੇ ਪਟ ਆਉਣ ਦੀ ਘਟਨਾ ਨੂੰ F ਨਾਲ ਦਰਸਾਵਾਂਗੇ। E ਦੀ ਸੰਭਾਵਨਾ, ਹਾਂਜੀ E ਦੀ ਸੰਭਾਵਨਾ ਦਾ ਸੂਤਰ ਸਾਡੇ ਕੋਲ ਕੀ ਹੋਏਗਾ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ, ਚਿੱਤ ਦੇ ਆਉਣ ਦੀ ਸੰਖਿਆ ਵਟਾ ਕੋਸ਼ਿਸ਼ਾਂ ਦੀ ਕੁੱਲ ਸੰਖਿਆ। ਚਿੱਤ ਦੇ ਆਉਣ ਦੀ ਸੰਖਿਆ ਵਟਾ ਕੋਸ਼ਿਸ਼ਾਂ ਦੀ ਕੁੱਲ ਸੰਖਿਆ। ਸੋ ਸਵਾਲ ਦੇ ਵਿੱਚ ਚਿੱਤ ਜਿਹੜਾ ਸਾਨੂੰ ਕਿੰਨੀ ਵਾਰ ਪ੍ਰਾਪਤ ਹੁੰਦਾ ਹੈ, 455 ਵਾਰ, ਔਰ ਕੋਸ਼ਿਸ਼ਾਂ ਦੀ ਕੁੱਲ ਜਿਹੜੀ ਸੰਖਿਆ ਹੈ ਉਹ ਸਾਡੇ ਕੋਲ ਹੈ 1000। ਠੀਕ ਹੈ, तो इस तरह ਅਸੀਂ ਕਹਿ ਸਕਦੇ ਹਾਂ ਕਿ E ਦੀ ਸੰਭਾਵਨਾ ਜਾਂ PE ਜਿਹੜਾ ਹੈ ਇਹਦਾ ਸਾਡੇ ਕੋਲ ਜਿਹੜਾ ਸੰਖਿਆਤਮਕ ਮੁੱਲ ਹੈ ਉਹ ਸਾਡੇ ਕੋਲ 0.455। ਠੀਕ ਹੈ, तो ਇਹ ਸਾਡੇ ਕੋਲ ਸੰਭਾਵਨਾ ਹੈ ਇਸ ਸਥਿਤੀ ਦੇ ਵਿੱਚ ਚਿੱਤ ਦੇ ਪ੍ਰਾਪਤ ਹੋਣ ਦੀ। ਇਸੇ ਢੰਗ ਦੇ ਨਾਲ ਆਪਾਂ F ਦੀ ਸੰਭਾਵਨਾ ਜਿਹੜੀ ਪਤਾ ਕਰਾਂਗੇ। ਉਸ ਤੋਂ ਬਾਅਦ F ਦੀ ਸੰਭਾਵਨਾ ਇਹਨੂੰ ਅਸੀਂ PF ਵੀ ਲਿਖ ਸਕਦੇ ਹਾਂ। ਠੀਕ, ਹਾਂਜੀ ਇਹ ਸਾਡੇ ਕੋਲ ਆਏਗਾ ਪਟ ਪ੍ਰਾਪਤ ਹੋਣ ਦੀ ਸੰਖਿਆ ਜਾਂ ਪਟ ਆਉਣ ਦੀ ਸੰਖਿਆ ਪਟ ਆਉਣ ਦੀ ਸੰਖਿਆ ਵਟਾ
ਪਟ ਸਾਨੂੰ 545 ਵਾਰ ਪ੍ਰਾਪਤ ਹੋ ਰਿਹਾ ਹੈ। तो 545 ਸਾਡੇ ਕੋਲ ਅੰਸ਼ ਦੇ ਵਿੱਚ ਆਏਗਾ ਤੇ ਹਰ ਦੇ ਵਿੱਚ ਕੁੱਲ ਕੋਸ਼ਿਸ਼ਾਂ ਦੀ ਸੰਖਿਆ ਭਾਵ ਕਿ 1000, ਇਹਨੂੰ ਅਗਰ ਅਸੀਂ ਭਾਗ ਕਰਦੇ ਹਾਂ ਸਾਡੇ ਕੋਲ 0.545 ਜੋ ਹੈ ਉਹ ਬਣ ਜਾਏਗਾ। ਸੰਭਾਵਨਾ F ਦੀ ਜਿਹੜੀ ਸਾਡੇ ਕੋਲ ਉਹ ਕੀ ਬਣ ਜਾਂਦੀ ਹੈ 0.00545, ਠੀਕ ਹੈ। ਸੋ ਇਸ ਢੰਗ ਦੇ ਨਾਲ ਅਸੀਂ ਜਿਹੜਾ ਸਿਚੁਏਸ਼ਨ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜੋ ਸਾਨੂੰ ਜਾਣਕਾਰੀ ਦਿੱਤੀ ਹੁੰਦੀ ਹੈ ਉਹਨੂੰ ਵਰਤ ਕੇ ਆਪਾਂ ਕਿਸੇ ਵੀ ਘਟਨਾ ਦੀ ਜਿਹੜੀ ਸੰਭਾਵਨਾ ਉਹ ਪਤਾ ਕਰ ਸਕਦੇ ਹਾਂ, ਠੀਕ ਹੈ। ਇਸੇ ਸਵਾਲ ਦੇ ਵਿੱਚ ਇੱਕ ਚੀਜ਼ ਹੋਰ ਆਪਾਂ ਅਗਰ ਧਿਆਨ ਦਈਏ ਕਿ ਅਗਰ ਅਸੀਂ ਸੰਭਾਵਨਾ ਦੀ ਦੋਨੋਂ ਘਟਨਾਵਾਂ ਦੀ ਸੰਭਾਵਨਾ ਦਾ ਅਸੀਂ ਜੋੜ ਕਰਦੇ ਹਾਂ ਭਾਵ ਕਿ PE ਜਮਾ PF ਤਾਂ ਸਾਡੇ ਕੋਲ ਕੀ ਪ੍ਰਾਪਤ ਹੁੰਦਾ ਹੈ 0.455 ਜਮਾ 0.545 ਔਰ ਇਹਨਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ ਬਣੇਗਾ 1, ਠੀਕ ਹੈ। ਹੁਣ ਆਪਾਂ ਇਹ ਚੀਜ਼ ਦੇਖੀਏ ਕਿ ਜਦੋਂ ਅਸੀਂ ਸਿੱਕੇ ਨੂੰ ਉਛਾਲਦੇ ਹਾਂ ਤਾਂ ਸਾਡੇ ਕੋਲ ਜਿਹੜੀਆਂ ਦੋ ਹੀ ਘਟਨਾਵਾਂ ਹੋ ਸਕਦੀਆਂ ਨੇ, ਜਾਂ ਤਾਂ ਸਾਡੇ ਕੋਲ ਜਿਹੜਾ ਹੈ ਉਹ ਚਿੱਤ ਪ੍ਰਾਪਤ ਹੋ ਸਕਦਾ ਹੈ ਜਾਂ ਸਾਡੇ ਕੋਲ ਪਟ ਪ੍ਰਾਪਤ ਹੋ ਸਕਦਾ ਹੈ। ਸੋ ਕਿਸੇ ਵੀ ਪ੍ਰੇਖਣ ਦੇ ਵਿੱਚ ਕਿਸੇ ਵੀ ਐਕਸਪੈਰੀਮੈਂਟ ਦੇ ਵਿੱਚ ਜੋ ਘਟਨਾਵਾਂ ਹੋ ਸਕਦੀਆਂ ਨੇ ਉਹਨਾਂ ਦੀ ਜਿਹੜੀ ਸੰਭਾਵਨਾ ਹੈ ਉਹ ਅਸੀਂ ਪਤਾ ਕਰਨ ਤੋਂ ਬਾਅਦ ਅਗਰ ਅਸੀਂ ਉਹਨਾਂ ਨੂੰ ਜੋੜੀਏ ਤਾਂ ਸਾਡੇ ਕੋਲ ਉੱਤਰ ਜਿਹੜਾ ਹਮੇਸ਼ਾ ਹੀ 1 ਪ੍ਰਾਪਤ ਹੁੰਦਾ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਸੋ ਵਿਦਿਆਰਥੀਓ ਅਗਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਦੋ ਸਿੱਕਿਆਂ ਨੂੰ ਇਕੱਠੇ 500 ਵਾਰ ਉਛਾਲਣ ਤੇ ਸਾਨੂੰ ਪ੍ਰਾਪਤ ਹੁੰਦਾ ਹੈ 2 ਚਿੱਤ 105 ਵਾਰ, 1 ਚਿੱਤ 275 ਵਾਰ ਤੇ ਕੋਈ ਵੀ ਚਿੱਤ ਨਹੀਂ 120 ਵਾਰ, ਠੀਕ ਹੈ। ਜਦੋਂ ਦੋ ਸਿੱਕੇ ਅਸੀਂ ਉਛਾਲਾਂਗੇ तो किसी भी सिक्के ते सानू दोनों सिक्कियां दे उत्ते दोनों दे उत्ते चित भी आ सकदा है, दोनों दे उत्ते साडे कोल पट भी आ सकदा है, ठीक है। और ये भी हो सकदा है एक सिक्के ते सानू चित प्राप्त होए ते दूजे सिक्के ते सानू पट प्राप्त होए। आपां पहलां थोड़ा जिहा लिख लैंदे आ कि हो सकदा है साडे कोल पहले सिक्के ते सानू चित प्राप्त होए और दूजे सिक्के ते भी सानू चित प्राप्त होए, ठीक है। दूसरा साडे कोल ये हो सकदा है कि पहले सिक्के ते सानू चित प्राप्त होए ते दूजे सिक्के ते सानू पट प्राप्त होए, या ये हो सकता है कि पहले सिक्के ते सानू पट प्राप्त होए दूजे सिक्के ते सानू चित प्राप्त होए, और ये भी हो सकता है कि सानू किसी भी सिक्के ते चित ना प्राप्त होए, दोनों ही सिक्कियां ते साडे कोल जो है पट प्राप्त होए। तो ये सारियां संभावनावां ने जो साडे कोल हो सकदियां ने। तो सवाल दे विच सानू कहा गया कि दो चित कितनी बार आए ने 105 बार आए ने, भाव ये जिहड़ा साडे कोल नतीजा है दोनों सिक्कियां दे उत्ते चित आउण दा सानू 105 बार प्राप्त होया है और एक चित जिहड़ा सानू ये 275 बार मिलिया है। हुण ये दूसरा ते तीसरा जिहड़े दोनों नतीजे ने दोनों दे विच ही सानू चित जिहड़ा एक बार मिलदा है। तो ये आपां कह सकदे हां इन्हां दी जिहड़ी गिनती है टोटल वो साडे कोल 275 है ते कोई भी चित नहीं, भाव कि जिहड़ा चौथा नतीजा है वो कितनी बार प्राप्त होया है 120 बार प्राप्त होया है। इन्हां विचों हरेक घटना दे घटण दी संभावना पता करो, ठीक है। तो आपां इहदे च हुण घटनावां दे पहलां नाम जिहड़े ओ लिखांगे, फिर उस तो बाद कुल घटनावां कितनियां ने, कुल कोशिशां कितनियां होईयां, उहदे विचों कितनी बार सानू जिहड़े लोड़ींदे नतीजे जिहड़े ओ प्राप्त होए, उहदे अनुसार असीं हर घटना दी संभावना पता करांगे, ठीक है। तो देखते हैं कोशिशां दी कुल संख्या, भाव कि सिक्का जिहड़ा है वो कुल कितनी बार उछालिया गया। कोशिशां दी कुल संख्या साडे कोल 500 है, ठीक है। इस तो बाद दो चिताण दी साडे कोल जिहड़ी संख्या है वो 105 बार दो चित आए ने, 275 बार एक चित आया है ते कोई भी चित नहीं प्राप्त होया सानू 120 बार। तो ये तीनों घटनावां दे पहलां आपां नाम लिखांगे। मान लो ये जिहड़ी घटना है कि दो चित प्राप्त होए, दो चित प्राप्त होए, इनू असीं E1 मान लैंदे हां। इस तो बाद दूसरी जिहड़ी घटना है एक चित प्राप्त होण दी, उहदा नाम असीं E2 रख लैंदे हां, ठीक है। E2 एक ही चित प्राप्त होया, एक चित प्राप्त होया। इस तो बाद E3 घटना आपां
नाम रख लेने E3 कि सानू कोई भी चित प्राप्त नहीं होया, कोई भी चित प्राप्त नहीं होया। ठीक है विद्यार्थियों, तो ਇਹਦੇ ਨਾਲ ਹੁਣ ਅਸੀਂ हर एक घटना की जिहड़ी संभावना वो पता करांगे। सो सब तो पहला आपां गल करांगे संभावना E1 की, प्रोबेबिलिटी ऑफ E1। ठीक है, मतलब कि दो चित प्राप्त होए इसकी संभावना साडे कोल की है। तो संभावना दे विच आपां की लिखना है, ਉਹ ਵਾਲੀਆਂ ਕੋਸ਼ਿਸ਼ਾਂ ਦੀ ਸੰਖਿਆ ਜਿਹਦੇ ਵਿੱਚ E1 ਘਟਨਾ ਭਾਵ ਕਿ ਦੋ ਚਿਤ ਸਾਨੂੰ ਪ੍ਰਾਪਤ ਹੋਏ ਨੇ ਉਹਨਾਂ ਦੀ ਗਿਣਤੀ ਆਪਾਂ ਉੱਪਰ ਲਿਖਾਂਗੇ 105 ਤੇ ਉਹ ਕੁੱਲ ਕੋਸ਼ਿਸ਼ਾਂ ਦੀ ਜਿਹੜੀ ਸੰਖਿਆ ਹੈ ਉਹ ਅਸੀਂ ਹੇਠਾਂ ਲਿਖਾਂਗੇ। ਕੁੱਲ ਕੋਸ਼ਿਸ਼ਾਂ ਜਿਹੜੀਆਂ ਉਹ ਸਾਡੇ ਕੋਲ 500 ਹੋਈਆਂ ਨੇ। ਠੀਕ ਹੈ, तो ਸਾਡੇ ਕੋਲ ਜਿਹੜੀ ਸੰਭਾਵਨਾ ਹੈ ਪਹਿਲੀ PE ਉਹ ਸਾਨੂੰ 105 ਵਟਾ 500 ਜਿਹੜਾ ਸਾਡੇ ਕੋਲ ਪ੍ਰਾਪਤ ਹੋ ਜਾਂਦਾ ਹੈ। ਠੀਕ ਹੈ, ਔਰ ਦੂਸਰਾ ਸਾਡੇ ਕੋਲ ਪ੍ਰੋਬੇਬਿਲਿਟੀ ਆਫ E2 ਭਾਵ ਕਿ ਇੱਕ ਚਿੱਤ ਪ੍ਰਾਪਤ ਹੋਣ ਦੀ ਜਿਹੜੀ ਸੰਭਾਵਨਾ ਹੈ, तो ਇੱਕ ਚਿੱਤ ਸਾਨੂੰ ਕਿੰਨੀ ਵਾਰ ਮਿਲੀ ਹੈ, ਸਵਾਲ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ 275 ਵਾਰ, तो ਇਹ ਸਾਡੇ ਕੋਲ ਇੱਥੇ 275 ਆ ਜਾਏਗਾ। और वटा कुल कोशिशों की संख्या भाव जिन्नी बार सिक्का उछालिया गया सी 500 बार। ठीक है, तो ये नाल ही तीजी घटना की संभावना भाव E3 PE3 ये साडे कोल बनेगी 120, जदों साडे कोल कोई भी चित नहीं प्राप्त होया 120 बार ते कुल कोशिशों की संख्या जिहड़ी 500 वो साडे कोल हेठ आ जाएगी। ठीक है, तो इस तरह तीनों घटनावां की जिहड़ी संभावना है वो असीं पता कर सकते हैं। ठीक है, इन्हां नूं भाग करके दशमलव दे विच भी इन्हां दा उत्तर जिहड़ा वो दिता जा सकता है। जिवें जदों तुसीं भाग करोगे तो PE1 की जो कीमत है ये सानू प्राप्त होएगी 0.21। ठीक है, 0.21 ते PE2 दी आपां गल करिए तो ये साडे कोल हो जाएगा 0.55 0.55 ते PE3 दी आपां गल करिए तो ये साडे कोल बन जाएगा 0.024। ठीक है विद्यार्थियों, तो इस सवाल दे विच ये साडे कोल लोड़ींदियां जिहड़ियां संभावनावां ने वो असीं प्राप्त कर लईआं ने जो सानू सवाल दे विच किहा गया सीगा। इस तो बाद पिछले सवाल दे वांग एक बार फिर आपां ये सारियां संभावनावां नूं जोड़ के देखना है कि साडे कोल उत्तर जिहड़ा की बनदा है। तो सारियां संभावनावां नूं जदों असीं जोड़ांगे PE1 PE2 प्लस PE3 तो ये साडे कोल बनेगा 0.21 प्लस 0.55 प्लस 0.24। ठीक है, तुसीं देखोगे कि जदों असीं इन्हां नूं जोड़दे हां चार ते 5 साडे कोल 9 हुंदे ने, 9 ते 1 10, 1 हासिल आएगा। ठीक है, 2 ते 1 3, 3 5 8, 8 ते 2 10, फिर 10 आएगा तो हासिल अगे चले जाएगा तो साडे कोल जिहड़ा उत्तर है वो 1 प्राप्त हो जाता है। ठीक है, 1। तो तीनों ही संभावनावां तीनों ही घटनावां दीयां संभावनावां नूं जदों असीं जोड़िया तो बिल्कुल पिछले सवाल की तरह साडे कोल जिहड़ा उत्तर है वो 1 प्राप्त होया। तो इस तो सानूं ये चीज़ होर पक्की हो जाती है कि किसी भी प्रेखण किसी भी एक्सपैरीमेंट दे विच जिन्नियां भी घटनावां घटदियां ने अगर हर एक घटना दा असीं हर एक घटना की संभावना पता कर लैंदे आ तो वो संभावनावां दा जोड़ है वो साडे कोल हमेशा 1 दे बराबर हुंदा है। ठीक है विद्यार्थियों, तो आओ देखते हैं अगला सवाल। ठीक है, एक क्रिकेट मैच विच एक महिला बल्लेबाज खेडियां गईयां 30 गेंदां विचों 6 वार चौका मारदी है, चौका ना मारे जाण दी संभावना पता करो। ठीक है, कुल ਜਿਹੜੀਆਂ गेंदां महिला गेंदबाज ने खेडियां ने ਉਹ ਉਹਨਾਂ ਦੀ ਗਿਣਤੀ ਜਿਹੜੀ ਉਹ ਸਾਡੇ ਕੋਲ ਕੀ ਹੈ 30 ਹੈ। ਇਹਦਾ ਮਤਲਬ ਕੋਸ਼ਿਸ਼ਾਂ ਦੀ ਜਿਹੜੀ ਕੁੱਲ ਸੰਖਿਆ ਉਹ ਸਾਡੇ ਕੋਲ 30 ਹੋਏਗੀ। ਉਹਦੇ ਵਿੱਚੋਂ 6 ਗੇਂਦਾਂ ਦੇ ਉੱਤੇ ਉਹਨੇ ਚੌਕਾ ਜਿਹੜਾ ਮਾਰਿਆ ਹੈ ਤੇ ਇਹਦਾ ਮਤਲਬ ਬਾਕੀ ਜਿਹੜੀਆਂ ਬੋਲਾਂ ਤੇ ਜਿਹੜੀਆਂ ਗੇਂਦਾਂ ਦੇ ਉੱਤੇ ਚੌਕਾ ਉਹਨੇ ਨਹੀਂ ਮਾਰਿਆ। तो सब तो पहला ਆਪਾਂ ਲਿਖਦੇ ਹਾਂ ਕੁੱਲ ਖੇਡੀਆਂ ਗਈਆਂ ਗੇਂਦਾਂ ਦੀ ਗਿਣਤੀ, ਖੇਡੀਆਂ ਗਈਆਂ ਕੁੱਲ ਗੇਂਦਾਂ ਦੀ ਗਿਣਤੀ ਇਹਨਾਂ ਦੀ ਗਿਣਤੀ ਸਾਡੇ ਕੋਲ 30 ਹੈ। ਮਾਰੇ ਗਏ ਚੌਕਿਆਂ ਦੀ ਗਿਣਤੀ मारे गए
ਚੌਕਿਆਂ ਦੀ ਗਿਣਤੀ ਬਰਾਬਰ 6। ਉਹਨਾਂ ਗੇਂਦਾਂ ਦੀ ਗਿਣਤੀ ਜਿਨ੍ਹਾਂ ਉੱਤੇ ਚੌਕਾ ਨਹੀਂ ਮਾਰਿਆ ਗਿਆ ਉਹਨਾਂ ਗੇਂਦਾਂ ਦੀ ਗਿਣਤੀ ਜਿਨ੍ਹਾਂ ਉੱਤੇ ਜਿਨ੍ਹਾਂ ਤੇ ਚੌਕਾ ਨਹੀਂ ਮਾਰਿਆ ਗਿਆ। ਹਾਂਜੀ, ਉਹ ਅਸੀਂ 30 ਦੇ ਵਿੱਚੋਂ 6 ਘਟਾਵਾਂਗੇ ਤਾਂ ਸਾਡੇ ਕੋਲ ਜਿਹੜਾ 24 ਪ੍ਰਾਪਤ ਹੁੰਦਾ ਹੈ, ਭਾਵ ਕਿ 24 ਗੇਂਦਾਂ ਦੇ ਉੱਤੇ ਮਹਿਲਾ ਬੱਲੇਬਾਜ਼ ਚੌਕਾ ਨਹੀਂ ਮਾਰ ਸਕੀ। ਠੀਕ ਹੈ, ਤਾਂ ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਹੁਣ ਅਸੀਂ ਪਤਾ ਕਰਨੀ ਹੈ। ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ। ਹਾਂਜੀ ਵਿਦਿਆਰਥੀਓ, ਤਾਂ ਕੁੱਲ ਕੋਸ਼ਿਸ਼ਾਂ ਦੀ ਗਿਣਤੀ ਜਿਹੜੀ ਆ ਉਹ ਅਸੀਂ ਥੱਲੇ ਲਿਖਾਂਗੇ, ਭਾਵ ਕੁੱਲ ਗੇਂਦਾਂ ਜਿਹੜੀਆਂ ਉਹਨੇ ਖੇਡੀਆਂ ਨੇ 30, ਔਰ ਉਹਦੇ ਵਿੱਚੋਂ ਕਿੰਨੀ ਵਾਰ ਉਹ ਚੌਕਾ ਨਹੀਂ ਮਾਰ ਸਕੀ ਉਹ ਗਿਣਤੀ ਅਸੀਂ ਉੱਪਰ ਲਿਖਾਂਗੇ, ਭਾਵ ਕਿ 24। ਤਾਂ 24/30 ਦੋਨੋਂ 6 ਦੇ ਪਹਾੜੇ ਦੇ ਵਿੱਚ ਜਾਂਦੇ ਨੇ, ਤਾਂ 6 ਚੌਕਾ 24 ਆਏਗਾ ਸਾਡੇ ਕੋਲ, 6 ਪੰਜਾ 30। ਤਾਂ ਉੱਤਰ ਜੋ ਹੈ ਸਾਡੇ ਕੋਲ ਉਹ ਕੀ ਬਣ ਜਾਂਦਾ ਹੈ, 5/4/5। ਸੋ ਆਪਾਂ ਕਹਿ ਸਕਦੇ ਹਾਂ ਕਿ ਇਸ ਸਵਾਲ ਦੇ ਵਿੱਚ ਇਸ ਤਰ੍ਹਾਂ ਲੋੜੀਂਦੀ ਸੰਭਾਵਨਾ ਲੋੜੀਂਦੀ ਸੰਭਾਵਨਾ 4/5 ਹੈ। ਠੀਕ ਹੈ ਵਿਦਿਆਰਥੀਓ, ਅਗਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਅੰਕੜਾ ਵਿਗਿਆਨ ਦੇ ਬਾਰੇ ਵਿਦਿਆਰਥੀਆਂ ਦੀ ਰਾਏ ਜਾਣਨ ਦੇ ਲਈ 200 ਵਿਦਿਆਰਥੀਆਂ ਦਾ ਸਰਵੇਖਣ ਕੀਤਾ ਗਿਆ। ਪ੍ਰਾਪਤ ਅੰਕੜਿਆਂ ਨੂੰ ਹੇਠਾਂ ਦਿੱਤੀ ਸਾਰਣੀ ਵਿੱਚ ਲਿਖ ਲਿਆ ਗਿਆ। ਰਾਏ ਜਿਹੜੀ ਇੱਕ ਸਾਈਡ ਤੇ ਲਿਖੀ ਗਈ ਹੈ, ਦੂਜੇ ਸਾਈਡ ਤੇ ਵਿਦਿਆਰਥੀਆਂ ਦੀ ਸੰਖਿਆ ਲਿਖੀ ਗਈ ਹੈ। ਵਿਦਿਆਰਥੀ ਜਿਹੜੇ ਅੰਕੜਾ ਵਿਗਿਆਨ ਨੂੰ ਪਸੰਦ ਕਰਦੇ ਹਨ ਉਹਨਾਂ ਦੀ ਗਿਣਤੀ 135 ਹੈ, ਔਰ ਉਹ ਵਿਦਿਆਰਥੀ ਜਿਹੜੇ ਅੰਕੜਾ ਵਿਗਿਆਨ ਨੂੰ ਪਸੰਦ ਨਹੀਂ ਕਰਦੇ ਉਹਨਾਂ ਦੀ ਗਿਣਤੀ ਸਾਡੇ ਕੋਲ ਕਿੰਨੀ ਹੈ, 65 ਹੈ। ਠੀਕ ਹੈ, ਤਾਂ ਸੰਭਾਵਨਾ ਪਤਾ ਕਰੋ ਕਿ ਅਚਾਨਕ ਚੁਣਿਆ ਗਿਆ ਵਿਦਿਆਰਥੀ ਅੰਕੜਾ ਵਿਗਿਆਨ ਪਸੰਦ ਕਰਦਾ ਹੈ, ਅੰਕੜਾ ਵਿਗਿਆਨ ਪਸੰਦ ਨਹੀਂ ਕਰਦਾ। ਠੀਕ ਹੈ, ਤਾਂ ਟੋਟਲ ਜਿਹੜੇ ਵਿਦਿਆਰਥੀ 200 ਨੇ, 200 ਦੇ ਵਿੱਚੋਂ 135 ਵਿਦਿਆਰਥੀ ਅੰਕੜਾ ਵਿਗਿਆਨ ਜਿਹੜਾ ਵਿਸ਼ਾ ਹੈ, ਅਧਿਆਇ ਹੈ, ਉਹਨੂੰ ਪਸੰਦ ਕਰਦੇ ਨੇ, ਤੇ 65 ਵਿਦਿਆਰਥੀ ਅੰਕੜਾ ਵਿਗਿਆਨ ਨੂੰ, ਸਟੈਟਿਕਸ ਨੂੰ, ਅੰਕੜਾ ਵਿਗਿਆਨ ਨੂੰ ਪਸੰਦ ਨਹੀਂ ਕਰਦੇ। ਠੀਕ ਹੈ, ਅਚਾਨਕ 200 ਵਿਦਿਆਰਥੀਆਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਉਹ ਚੁਣ ਲਿਆ ਗਿਆ ਹੈ, ਤਾਂ ਉਹ ਬੱਚਾ ਜਿਹੜਾ ਹੈ ਉਹ ਅੰਕੜਾ ਵਿਗਿਆਨ ਨੂੰ ਪਸੰਦ ਕਰੇਗਾ, ਇਹਦੀ ਜਿਹੜੀ ਸੰਭਾਵਨਾ ਅਸੀਂ ਪਤਾ ਕਰਨੀ ਹੈ। ਫਿਰ ਅੰਕੜਾ ਵਿਗਿਆਨ ਨੂੰ ਪਸੰਦ ਨਹੀਂ ਕਰੇਗਾ, ਇਸ ਦੀ ਆਪਾਂ ਸੰਭਾਵਨਾ ਪਤਾ ਕਰਨੀ ਹੈ। ਤਾਂ ਇਹਦੇ ਵਿੱਚ ਕੁੱਲ ਜਿਹੜੀਆਂ ਕੋਸ਼ਿਸ਼ਾਂ ਦੀ ਗਿਣਤੀ ਜਿਹੜੀ ਅਸੀਂ ਲੈਣੇ ਹੁੰਦੇ ਆ ਉਹ ਹੈ ਸਾਡੇ ਕੋਲ 200। 200 ਬੱਚੇ ਨੇ, ਤਾਂ 200 ਬੱਚੇ ਦੇ ਵਿੱਚੋਂ ਕੋਈ ਵੀ ਬੱਚਾ ਜਿਹੜਾ ਚੁਣਿਆ ਜਾ ਸਕਦਾ ਹੈ, ਕਿਉਂਕਿ 200 ਵਾਰ ਕੋਸ਼ਿਸ਼ ਕੀਤੀ ਗਈ ਹੈ 200 ਬੱਚਿਆਂ ਨੂੰ ਮਿਲ ਕੇ ਪਤਾ ਕਰਨ ਦੀ ਕਿ ਉਹਨਾਂ ਦੀ ਰਾਏ ਕੀ ਹੈ। ਤਾਂ ਆਪਾਂ ਇਹਦੇ ਵਿੱਚ ਪਹਿਲੇ ਸਵਾਲ ਦੇ ਵਿੱਚ ਆਪਾਂ ਲਿਖਾਂਗੇ ਕਿ ਵਿਦਿਆਰਥੀ ਅੰਕੜਾ ਵਿਗਿਆਨ ਪਸੰਦ ਨਹੀਂ ਕਰਦਾ, ਇਸ ਦੀ ਸੰਭਾਵਨਾ ਕਿ ਵਿਦਿਆਰਥੀ ਅੰਕੜਾ ਵਿਗਿਆਨ ਪਸੰਦ ਕਰਦਾ ਹੈ। ਸੰਭਾਵਨਾ ਕਿ ਵਿਦਿਆਰਥੀ ਅੰਕੜਾ ਵਿਗਿਆਨ ਪਸੰਦ ਕਰਦਾ ਹੈ। ਹਾਂਜੀ, ਇਹ ਸੰਭਾਵਨਾ ਕੀ ਬਣੇਗੀ, ਕੁੱਲ ਵਿਦਿਆਰਥੀ ਜਿਹੜੇ ਆਪਾਂ ਉਹ 200 ਹੇਠਾਂ ਲਿਖ ਲਵਾਂਗੇ, ਔਰ ਉਹਦੇ ਵਿੱਚੋਂ 135 ਵਿਦਿਆਰਥੀ ਜਿਹੜੇ ਅੰਕੜਾ ਵਿਗਿਆਨ ਪਸੰਦ ਕਰਦੇ ਨੇ, ਤਾਂ 135/200 ਜਿਹੜਾ ਇਹ ਸਾਡੇ ਕੋਲ ਬਣ ਜਾਏਗਾ। ਠੀਕ ਹੈ, ਤਾਂ ਇਹਨੂੰ ਅਸੀਂ ਕੱਟ ਕਰ ਸਕਦੇ ਹਾਂ। ਸੋ ਇਹਨੂੰ ਅਸੀਂ 5 ਤੇ ਜਦੋਂ ਕੱਟ ਕਰਾਂਗੇ ਸਾਡੇ ਕੋਲ 135 ਨੂੰ 5 ਨਾਲ ਭਾਗ ਕਰਾਂਗੇ ਤਾਂ 5 ਦੂਣੀ 10 ਤੇ 7 ਪੰਜਾ 35 27 ਆਏਗਾ, ਔਰ ਹੇਠਾਂ ਜਦੋਂ ਅਸੀਂ ਕੱਟ ਕਰਾਂਗੇ ਤਾਂ 5 24। ਠੀਕ ਹੈ ਜੀ, तो अंकड़ा विज्ञान पसंद करेगा विद्यार्थी, इस दी संभावना जिहड़ी है वो कितनी है, 27/40। ठीक है, इस तो बाद दूजा भाग इहदा है कि इस चीज़ की संभावना कि विद्यार्थी अंकड़ा विज्ञान नूं पसंद नहीं करता। ठीक है, संभावना
ਕਿ ਵਿਦਿਆਰਥੀ ਅੰਕੜਾ ਵਿਗਿਆਨ ਨੂੰ पसंद नहीं करता। ठीक है, तो पसंद नहीं करता किन्ने विद्यार्थी ने 65 विद्यार्थी ने ਜਿਹੜੇ ਪਸੰਦ ਨਹੀਂ ਕਰਦੇ ਔਰ ਕੁੱਲ ਜਿਹੜੇ ਵਿਦਿਆਰਥੀ ਉਹ 200 ਤੋਂ 65/200 ਆਏਗਾ। ਇਹਨੂੰ ਫਿਰ ਅਸੀਂ 5 ਦੇ ਨਾਲ ਭਾਗ ਕਰਾਂਗੇ ਤਾਂ 13 5 65 ਹੁੰਦੇ ਨੇ ਸਾਡੇ ਕੋਲ। 200 ਨੂੰ 5 ਨਾਲ ਭਾਗ ਕਰਾਂਗੇ ਸਾਡੇ ਕੋਲ 40 ਆਏਗਾ। ਸੋ ਇਹ ਸਾਡੇ ਕੋਲ ਉੱਤਰ ਜਿਹੜਾ ਬਣ ਜਾਂਦਾ ਹੈ 13/40। ਠੀਕ ਹੈ, ਤਾਂ ਇਸ ਤਰ੍ਹਾਂ ਇੱਕ ਵਿਦਿਆਰਥੀ ਚੁਣਿਆ ਗਿਆ ਸੀ 200 ਦੇ ਵਿੱਚੋਂ। ਉਹ ਵਿਦਿਆਰਥੀ ਅੰਕੜਾ ਵਿਗਿਆਨ ਨੂੰ ਪਸੰਦ ਕਰੇਗਾ, ਇਸ ਦੀ ਸੰਭਾਵਨਾ ਹੈ 27/40। ਔਰ ਉਹ ਵਿਦਿਆਰਥੀ ਅੰਕੜਾ ਵਿਗਿਆਨ ਨੂੰ ਪਸੰਦ ਨਹੀਂ ਕਰੇਗਾ, ਇਸ ਦੀ ਸੰਭਾਵਨਾ ਹੈ 13/40। ਠੀਕ ਹੈ ਵਿਦਿਆਰਥੀਓ, ਤੋਂ ਇਸੇ ਹੀ ਢੰਗ ਦੇ ਨਾਲ, ਇਸੇ ਹੀ ਤਰੀਕੇ ਦੇ ਨਾਲ ਜਿਹੜਾ ਦਿੱਤਾ ਸੂਤਰ, ਜਿਸ ਸੂਤਰ ਦੀ ਆਪਾਂ ਗੱਲ ਕੀਤੀ ਹੈ ਉਸ ਦੀ ਵਰਤੋਂ ਕਰਦੇ ਹੋਏ ਆਪਾਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜਿਹੜੀ ਸੰਭਾਵਨਾ ਉਹ ਪਤਾ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਤੋਂ ਇਹਦੇ ਸਵਾਲ, ਇਹਦੇ ਨਾਲ ਦੇ ਰਿਲੇਟਡ ਜਿੰਨੇ ਵੀ ਸਵਾਲ ਨੇ ਉਹ ਤੁਸੀਂ ਜ਼ਰੂਰ ਉਹਨਾਂ ਦਾ ਅਭਿਆਸ ਕਰਨਾ ਹੈ। ਠੀਕ ਹੈ ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਹਰ ਇੱਕ ਚੀਜ਼ ਜੋ ਅੱਜ ਦੇ ਲੈਸਨ ਵਿੱਚ, ਜੋ ਅੱਜ ਦੀ ਕਲਾਸ ਵਿੱਚ ਅਸੀਂ ਡਿਸਕਸ ਕੀਤੀ ਹੈ, ਉਹਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸਮਝਿਆ ਹੋਵੇਗਾ ਤੇ ਨੋਟ ਵੀ ਕੀਤਾ ਹੋਵੇਗਾ। ਹਰ ਇੱਕ ਫਾਰਮੂਲਾ, ਹਰ ਇੱਕ ਸਵਾਲ ਜਿਹੜਾ ਉਹ ਤੁਹਾਨੂੰ ਸਮਝ ਆਇਆ ਹੋਵੇਗਾ। ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਇਸ ਤੋਂ ਬਾਅਦ ਆਪਾਂ ਅਗਲੇ ਲੈਸਨ ਦੇ ਵਿੱਚ ਅਗਲੇ ਕਨਸੈਪਟ ਦੇ ਨਾਲ ਫਿਰ ਦੁਬਾਰਾ ਮਿਲਾਂਗੇ ਤੇ ਉਦੋਂ ਤੱਕ ਸਤਿ ਸ਼੍ਰੀ ਅਕਾਲ।